वाहिगुरु जी का खालसा वाहिगुरु जी की फतेह। परम सन्मानयोग सतगुरां दे चरणां विच जुड़ मिल बैठे रब रूप गुरमुख सत्संगी जन, सतगुरां दी बख्शिश महरामत दा सदका गुरु दर ते जुड़न दा सुभाग समा नसीब होया। सतगुरु जी दी प्यारी अमृतमयी बाणी दा कीर्तन गुरु के प्यारे कीर्तनिया पासों आप जी ने सरवण कीता। सतगुरु जी दी बख्शिश दा सदका गुरु दर ते जुड़ के सतगुरु जी दी बाणी द्वारा वाहिगुरु नाल जुड़न दा निमाणा जिहा उपराला कर रहे हैं। सतगुरु रहमत करदियां अज दे इस पावन बचन अंदर समझाउंदे ने कि सारे किलविख पाप मेरे खत्म हो गए, सब दुख दर्द दूर हो गए, मिट गए। किमें मिटे? भय पुनीत संतन की धूड़ ते साधु दे चरनां दी धूड़ दा सदका असीं पुनीत हो गए, पवित्र पवित्रता आ गई। जिन्हां दुखां तो दुखी सां, जो दुख बड़ा दर्द दिंदे सन, वो सब मिट गए। हुण कोई दुख नहीं, हुण कोई दर्द नहीं। किवें होया ये? सतगुरु कहंदे जदों साधु दी धूड़ हो गए। धूड़ मतलब कुछ भी नहीं। धूड़ की है? धूड़ दी साडी निगाह विच की अहमियत है? कुछ भी तो नहीं। धूड़ कहंदे ओनू ने जिहड़ा कुछ ना होवे, जो कुछ ना होवे। जिवें असीं सोने नू जदों कहंदे ना कि सोना की है जी, मिट्टी है। मिट्टी मतलब कि कुछ नहीं, कि व्यर्थ है। धूड़ हो जाण दा मतलब कुछ ना हो जाना, कि मैं कुछ भी नहीं। जिवें बिल्कुल कमरा खाली होवे, उस कमरे विच कुछ भी नहीं है, बस ऐसा कि बिल्कुल खाली हो जाना, कि कुछ भी ना होवे, मैं अंदर मैं मौजूद ही ना होवे। तुसीं होवो पर मैं ना होवे। एक फकीर होया रजूश। रजूश जदों वो अपने गुरु दा सेवक होया, नवां नवां अपने गुरु दा सिख बनया, अपने गुरु दा चेला बनया, मुरीद बनया, उसने वेख्या कि उहदा गुरु उहदे ते कोई ध्यान नहीं दिंदा। गुरु उसनूं वेखदा भी नहीं। हर बंदा ये चाहुंदा है कि दूसरे मैनू देखण, मैं दूसरिਆਂ ਦੀ निगाह विच आवां। इसलिए तो असीं लोग कई तरह के कपड़े, कई तरह का हार श्रृंगार, कई तरह दी चीज़ां करते हैं दूसरिਆਂ की निगाह विच आउण लई। अजकल तो होर बड़ा तरीका चल पिया कि इंस्टा ते रील बना लो, टिकटॉक ते वीडियो बना लो, कोई इधर उधर की कोई घटिया जी हरकत कर दो, कोई गलत मलत जी इधर उधर की वीडियो बना दो कि लोगों की निगाह विच आ जावांगे।
ਰਜੂਸ਼ ਦੇਖਦਾ ਹੈ ਕਿ ਮੇਰਾ ਗੁਰੂ ਮੇਰੇ ਵੱਲ ਵੇਖਦਾ ਹੀ ਨਹੀਂ। ਕਈ ਮਹੀਨੇ ਹੋ ਗਏ ਮੈਨੂੰ ਇੱਥੇ ਆਇਆ, ਉਹਨੇ ਕਦੇ ਮੇਰਾ ਹਾਲ ਵੀ ਨਹੀਂ ਪੁੱਛਿਆ। ਮੈਨੂੰ ਲੰਘਦਿਆਂ ਵੜਦਿਆਂ ਵੀ ਉਹਦੀ ਨਿਗਾਹ ਨਹੀਂ ਮੇਰੇ ਤੇ ਕਦੇ ਗਈ। ਉਹ ਮੇਰੇ ਕੋਲੋਂ ਦੀ ਇੰਜ ਲੰਘਦਾ ਜਾਂਦਾ ਜਿਵੇਂ ਮੈਂ ਖੜਾ ਹੀ ਨਾ ਹੋਵਾਂ। ਤੇ ਇਹ ਵੇਖਿਆ ਗਿਆ ਕਿ ਉਹ ਜਿਹੜਾ ਗੁਰੂ ਹੈ ਉਹ ਉਸ ਥਾਂ ਨੂੰ ਦੇਖਦਾ ਰਹਿੰਦਾ ਹੈ ਜਿੱਥੇ ਕੋਈ ਹੈ ਹੀ ਨਹੀਂ, ਖਾਲੀ ਥਾਂ। ਉਹ ਖਾਲੀ ਥਾਂ ਵੱਲ ਤੱਕਦਾ ਰਹਿੰਦਾ, ਜਿੱਥੇ ਬੰਦੇ ਬੈਠੇ ਨੇ, ਉਹਦੇ ਚੇਲੇ ਬੈਠੇ ਨੇ, ਉਹਨਾਂ ਨੂੰ ਦੇਖਦਾ ਹੀ ਨਹੀਂ। ਉਹ ਰਜੂਸ਼ ਨੇ ਆਪਣੇ ਇੱਕ ਦੂਸਰੇ ਗੁਰਭਾਈ ਨੂੰ, ਉਸੇ ਗੁਰੂ ਦੇ ਦੂਸਰੇ ਚੇਲੇ ਨੂੰ, ਆਪਣੇ ਗੁਰਭਾਈ ਨੂੰ ਪੁੱਛਿਆ ਕਿ ਭਾਈ ਤੂੰ ਇੱਥੇ ਬਹੁਤ ਸਮੇਂ ਤੋਂ ਹੈ, ਮੈਂ ਤਾਂ ਸਿਰਫ ਕੁਝ ਕੁ ਮਹੀਨਿਆਂ ਤੋਂ, ਮੈਨੂੰ ਦੱਸ ਕਿ ਗੁਰੂ ਦੀ ਨਿਗਾਹ ਵਿੱਚ ਕਿਵੇਂ ਆਈਦਾ, ਗੁਰੂ ਦੀ ਨਿਗਾਹ ਦਾ ਪਾਤਰ ਕਿਵੇਂ ਬਣੀਦਾ। ਉਸਨੇ ਕਿਹਾ ਕਿ ਜਦੋਂ ਮੈਂ ਵੀ ਨਵਾਂ ਆਇਆ ਸਾਂ ਨਾ, ਮੈਨੂੰ ਵੀ ਐਸਾ ਹੀ ਸੀ ਕਿ ਮੈਂ ਗੁਰੂ ਦੀ ਨਿਗਾਹ ਵਿੱਚ ਆ ਜਾਵਾਂ। ਮੈਂ ਬਹੁਤ ਕੁਝ ਕੀਤਾ ਪਰ ਮੈਂ ਗੁਰੂ ਦੀ ਨਿਗਾਹ ਵਿੱਚ ਨਹੀਂ ਆਇਆ। ਰਜੂਸ਼ ਨੇ ਪੁੱਛਿਆ ਫਿਰ ਕਿਵੇਂ ਤੂੰ ਗੁਰੂ ਦੀ ਨਿਗਾਹ ਦਾ ਪਾਤਰ ਬਣਿਆ? ਉਸਨੇ ਕਿਹਾ ਤੂੰ ਦੇਖਿਆ ਹੋਣਾ ਕਿ ਗੁਰੂ ਖਾਲੀ ਥਾਂ ਨੂੰ ਦੇਖਦਾ ਰਹਿੰਦਾ, ਕਿ ਜਿੱਥੇ ਲੋਕ ਬੈਠੇ ਹੁਣ ਗੁਰੂ ਉਹ ਥਾਂ ਨਹੀਂ ਦੇਖਦਾ, ਜਿਹੜੀ ਖਾਲੀ ਜਗ੍ਹਾ ਹੈ ਉਸ ਨੂੰ ਦੇਖਦਾ ਰਹਿੰਦਾ। ਤੂੰ ਇਹਦਾ ਮਤਲਬ ਸਮਝਿਆ? ਉਹਨੇ ਕਿਹਾ ਨਹੀਂ, ਮੈਨੂੰ ਇਹਦਾ ਕੋਈ ਮਤਲਬ ਨਹੀਂ ਸਮਝ ਆਉਂਦਾ। ਰਜੂਸ਼ ਦੇ ਗੁਰਭਾਈ ਨੇ ਕਿਹਾ ਕਿ ਮੈਂ ਤੈਨੂੰ ਦੱਸਦਾ ਇਹਦਾ ਮਤਲਬ ਕੀ ਹੈ। ਇਹਦਾ ਮਤਲਬ ਇਹ ਹੈ ਕਿ ਤੂੰ ਖਾਲੀ ਥਾਂ ਵਰਗਾ ਹੋ ਜਾ, ਜਿਵੇਂ ਉਸ ਜਗ੍ਹਾ ਕੁਛ ਨਹੀਂ ਹੈ, ਖਾਲੀ ਜਗ੍ਹਾ ਪਈ ਹੈ, ਬਿਲਕੁਲ ਇਸ ਤਰ੍ਹਾਂ ਤੂੰ ਉੱਥੇ ਬੈਠਾ ਵੀ ਹੋਵੇ ਤੇ ਇੰਜ ਹੋਵੇ ਕਿ ਤੂੰ ਹੈ ਹੀ ਨਹੀਂ। ਬਿਲਕੁਲ ਇਸ ਢੰਗ ਨਾਲ ਕਿ ਹੋਣ ਦੇ ਬਾਵਜੂਦ ਵੀ ਨਾ ਹੋਣਾ। ਜੇ ਤੈਨੂੰ ਆਹ ਕੰਮ ਕਰਨਾ ਆ ਗਿਆ, ਆਹ ਬੈਠਣ ਦਾ ਢੰਗ ਆ ਗਿਆ, ਫਿਰ ਗੁਰੂ ਦੀ ਨਿਗਾਹ ਤੇਰੇ ਤੇ ਪਵੇਗੀ। ਇਹੀ ਢੰਗ ਹੈ ਗੁਰੂ ਦੇ ਦਰ ਬਹਿਣ ਦਾ, ਇਹ ਚੇਤੇ ਰੱਖਿਓ। ਗੁਰੂ ਦੀ ਹਜ਼ੂਰੀ ਵਿੱਚ ਬਹਿਣ ਦਾ ਇਹੀ ਢੰਗ ਹੈ ਕਿ ਇਸ ਢੰਗ ਨਾਲ ਬਹਿਣਾ ਕਿ ਤੁਸੀਂ ਹੋ ਹੀ ਨਹੀਂ, ਬੈਠੇ ਹੋ ਪਰ ਮੈਂ ਹੈ ਹੀ ਨਹੀਂ, ਮੈਂ ਦਾ ਕੋਈ ਅਹਿਸਾਸ ਨਹੀਂ, ਬਸ ਬੈਠੇ ਹੋ, ਆਪਣੀ ਹੋਂਦ ਦਾ ਕੋਈ ਅਹਿਸਾਸ ਨਹੀਂ। ਅਸੀਂ ਲੋਕ ਆਪਣੀ ਹੋਂਦ ਨੂੰ ਲੈ ਕੇ ਬੈਠੇ ਹਾਂ, ਮੈਂ ਫਲਾਣਾ ਸਿੰਘ। ਇਹ ਜਿਹੜਾ ਮੈਂ ਹੈ ਨਾ, ਇਹੀ ਨਹੀਂ ਸਾਨੂੰ ਗੁਰੂ ਦੇ ਕੋਲ ਬਹਿਣ ਦਿੰਦਾ। ਮੈਂ ਫਲਾਣਾ, ਉਹ ਵੱਡਾ ਘਰ ਜਿਹੜਾ ਨਾ ਉਹ ਹੈ ਮੇਰਾ, ਇਹ ਚੀਜ਼ ਸਾਨੂੰ ਗੁਰੂ ਦੇ ਕੋਲ ਬਹਿਣ ਨਹੀਂ ਦਿੰਦੀ। ਤੁਸੀਂ ਦੇਖਿਆ ਹੋਣਾ, ਉਹ ਜਿਹੜੀ ਵੱਡੀ ਸਾਰੀ ਕਾਰ ਹੈ ਨਾ ਉਹ ਮੇਰੀ ਹੈ, ਮੈਂ ਉਹਦੇ ਵਿੱਚ ਆਉਣਾ ਗੁਰਦੁਆਰੇ ਰੋਜ਼, ਇਹ ਚੀਜ਼ ਗੁਰੂ ਦੇ ਕੋਲ ਬਹਿਣ ਨਹੀਂ ਦਿੰਦੀ। ਮੈਂ ਫਲਾਣੇ ਅਹੁਦੇ ਦਾ ਮਾਲਕ, ਮੈਂ ਫਲਾਣੇ ਡਿਪਾਰਟਮੈਂਟ ਤੋਂ ਰਿਟਾਇਰ ਹੋਇਆ ਵੱਡਾ ਅਫਸਰ, ਬਸ ਇਹੀ ਅਫਸਰਸ਼ਾਹੀ ਗੁਰੂ ਦੇ ਕੋਲ ਬਹਿਣ ਨਹੀਂ ਦਿੰਦੀ। ਇਹੀ ਚੀਜ਼ ਗੁਰੂ ਨਾਲ ਜੁੜਨ ਨਹੀਂ ਦਿੰਦੀ। ਇਸ ਕਰਕੇ ਹਜ਼ਾਰਾਂ ਲੱਖਾਂ ਲੋਕ ਆਉਂਦੇ ਨੇ ਗੁਰੂ ਦੇ ਦਰ, ਪਰ ਖਾਲੀ ਮੁੜ ਜਾਂਦੇ ਨੇ। ਬੈਠਦੇ ਜ਼ਰੂਰ ਨੇ, ਰੋਜ਼ ਆਉਂਦੇ ਨੇ ਕੰਟੀਨਿਊ, ਨਾਗਾ ਵੀ ਨਹੀਂ ਪਾਉਂਦੇ ਕਦੇ, ਪਰ ਫਿਰ ਵੀ ਖਾਲੀ ਰਹਿ ਜਾਂਦੇ ਨੇ, ਫਿਰ ਵੀ ਖਾਲੀ। ਕਿ ਜੀ ਮੈਂ ਤਾਂ ਜਾਣਦਾ ਸਾਰਾ ਕੁਝ। ਜੇ ਭਾਈ ਤੂੰ ਜਾਣਦਾ ਹੀ ਹੈ ਤਾਂ ਫਿਰ ਤੂੰ ਗੁਰੂ ਦੇ ਦਰ ਆਇਆ ਕੀ ਕਰਨ, ਜੇ ਤੈਨੂੰ ਪਤਾ ਹੀ ਹੈ ਸਾਰਾ ਕੁਝ। ਹੰਕਾਰ, ਮੈਨੂੰ ਤਾਂ ਪਤਾ ਹੀ ਹੈ ਜੀ, ਬਸ ਆਹੀ ਚੀਜ਼ ਕੁਝ ਪਤਾ ਲੱਗਣ ਨਹੀਂ ਦਿੰਦੀ, ਇਹੀ ਚੀਜ਼ ਕੁਝ ਜਾਣਨ ਨਹੀਂ ਦਿੰਦੀ। ਇਸ ਲਈ ਗੁਰੂ ਦੇ ਦਰ ਆ ਕੇ ਵੀ ਅਸੀਂ ਉਹੀ ਰਹਿੰਦੇ ਹਾਂ ਜੋ ਗੁਰੂ ਦੇ ਦਰ ਤੇ ਆਉਣ ਤੋਂ ਪਹਿਲਾਂ ਸੀ।
ਗੁਰੂ ਨਾਲ ਜੁੜ ਕੇ ਵੀ ਅਸੀਂ ਉਹੀ ਹਾਂ ਜਿਹੜੇ ਗੁਰੂ ਨਾਲ ਜੁੜਨ ਤੋਂ ਪਹਿਲਾਂ ਸੀ। ਓਨਾ ਹੀ ਹੰਕਾਰ, ਓਨੀ ਈਰਸ਼ਾ, ਓਨਾ ਹੀ ਕ੍ਰੋਧ, ਓਨਾ ਹੀ ਕਾਮ, ਓਨੀ ਵਾਸਨਾ, ਓਨਾ ਹੀ ਲੋਭ, सब कुछ ਓਨਾ ही है, फर्क कुछ भी नहीं है। क्यों? क्योंकि मैं नहीं मिटी, मैं नहीं गई। ਜਦੋਂ तक मैं नहीं ਜਾਂਦੀ ਉਦੋਂ तक ਉਹਦੀ ਨਿਗਾਹ नहीं ਸਾਡੇ ਤੇ ਪੈਂਦੀ, ਉਦੋਂ तक ਉਹਦੀ ਨਿਗਾਹ नहीं ਪੈਣੀ। ਅਸੀਂ ਚਾਹੁੰਦੇ ਹਾਂ ਸਾਡੇ ਦੁੱਖ ਮਿਟ ਜਾਣ, ਅਸੀਂ ਚਾਹੁੰਦੇ ਹਾਂ ਸਾਡੇ ਦਰਦ ਦੂਰ ਹੋ ਜਾਣ, ਅਸੀਂ ਚਾਹੁੰਦੇ ਹਾਂ ਸਾਡੇ ਘਰ ਸੁੱਖ ਆ ਜਾਵੇ। ਤਾਂ ਸਤਿਗੁਰੂ ਨੇ ਇਹੀ ਮੰਤਰ ਦਿੱਤਾ ਕਿ ਆਹ ਹੈ ਸੁੱਖ ਦਾ ਮੰਤਰ, ਆਹ ਹੈ ਸੁੱਖ ਦਾ ਮੰਤਰ। ਕੀ ਸੁੱਖ ਦਾ ਮੰਤਰ? ਕਿ ਆਪਣੇ ਆਪ ਨੂੰ ਧੂੜ ਦੇ ਬਰਾਬਰ ਸਮਝ ਲੈ। ਧੂੜ, ਧੂੜ ਜਾਣ ਲੈ ਆਪਣੇ ਆਪ ਨੂੰ, ਖੁਦ ਨੂੰ। ਕਬੀਰ ਸਾਹਿਬ ਦੇ ਤੁਸੀਂ ਸ਼ਲੋਕ ਪੜ੍ਹਦੇ ਹੋ। ਕਬੀਰ ਸਾਹਿਬ ਕਹਿੰਦੇ, ਕਬੀਰ ਰੋੜਾ ਹੋਏ ਰੋ ਬਾਟਕਾ, ਰਾਹ ਦਾ, ਰਸਤੇ ਦਾ ਰੋੜਾ ਬਣ ਜਾ। ਆਪਣੇ ਮਨ ਦਾ ਅਭਿਮਾਨ ਛੱਡ ਦੇ। ਜਿਵੇਂ ਰਸਤੇ ਦੇ ਵਿੱਚ ਪਿਆ ਇੱਕ ਮਾਮੂਲੀ ਜਿਹਾ ਰੋੜਾ ਹੈ ਨਾ, ਆਪਣੇ ਆਪ ਨੂੰ ਉਸ ਮਾਮੂਲੀ ਜਿਹੇ ਰੋੜੇ ਵਰਗਾ ਸਮਝ ਲੈ। ਕਬੀਰ ਸਾਹਿਬ ਦੀ ਗੱਲ ਮੰਨ ਕੇ ਆਦਮੀ ਰੋੜੇ ਵਰਗਾ ਹੋ ਗਿਆ ਕਿ ਉਹਨੇ ਖੁਦ ਨੂੰ ਰੋੜਾ ਜਾਣ ਲਿਆ। ਪਰ ਰੋੜੇ ਵਿੱਚ ਵੀ ਦਿੱਕਤ ਹੈ। ਦਿੱਕਤ ਕੀ ਹੈ ਕਿ ਜਦੋਂ ਕੋਈ ਮੁਸਾਫਿਰ ਗੁਜ਼ਰਦਾ ਹੈ, ਜਦੋਂ ਕੋਈ ਪੰਥੀ ਲੰਘਦਾ ਹੈ, ਤਾਂ ਰੋੜਾ ਉਹਦੇ ਪੈਰਾਂ ਵਿੱਚ ਵੱਜਦਾ ਹੈ, ਪੈਰ ਥੱਲੇ ਆ ਜਾਂਦਾ ਹੈ, ਪੈਰ ਵਿੱਚ ਵੱਜਦਾ ਹੈ, ਤਾਂ ਦੁੱਖ ਦਿੰਦਾ ਹੈ। ਇਸ ਲਈ ਕਬੀਰ ਸਾਹਿਬ ਕਹਿੰਦੇ ਰੋੜਾ ਹੁਆ ਤਾਂ ਕਿਆ ਪਿਆ। ਜੇ ਤੂੰ ਰੋੜਾ ਹੋ ਗਿਆ ਤਾਂ ਕੀ ਹੋ ਗਿਆ? ਕਿੱਡੀ ਕੁ ਵੱਡੀ ਗੱਲ ਹੋ ਗਈ ਕਿਤੇ। ਕੋਈ ਬਹੁਤ ਵੱਡੀ ਗੱਲ ਨਹੀਂ, ਕੋਈ ਬਹੁਤ ਵੱਡੀ ਪ੍ਰਾਪਤੀ ਨਹੀਂ ਹੋ ਗਈ ਜੇ ਤੂੰ ਰੋੜਾ ਬਣ ਗਿਆ ਤਾਂ। ਬੇਸ਼ੱਕ ਤੂੰ ਹੰਕਾਰ ਵੱਡਾ ਸੀ ਤੇਰਾ, ਪਰ ਹੁਣ ਰੋੜੇ ਜਿੰਨਾ ਰਹਿ ਗਿਆ, ਪਰ ਹੈ ਹੱਲੇ ਹੰਕਾਰ, ਹੱਲੇ ਬਾਕੀ ਹੈ। ਫਿਰ ਕੀ ਕੀਤਾ ਜਾਵੇ? ਕਬੀਰ ਸਾਹਿਬ ਕਹਿੰਦੇ ਹਾਲੇ ਦੁੱਖ ਦਿੰਦਾ ਹੈ। ਇੰਜ ਕਰ, ਤੂੰ ਰਸਤੇ ਦੀ ਖੇ ਹੋ ਜਾ, ਮਿੱਟੀ ਹੋ ਜਾ। ਤੂੰ ਖੇ ਬਣ ਜਾ। ਜਦੋਂ ਖੇ ਹੋ ਗਏ, ਜਦੋਂ ਮਿੱਟੀ ਹੋ ਗਏ, ਧੂੜ ਹੋ ਗਏ, ਕਬੀਰ ਸਾਹਿਬ ਕਹਿੰਦੇ ਹੁਣ ਠੀਕ ਹੈ। ਪਰ ਇਸ ਖੇ ਵਿੱਚ, ਇਸ ਮਿੱਟੀ ਵਿੱਚ ਵੀ ਥੋੜੀ ਦਿੱਕਤ ਹੈ। ਦਿੱਕਤ ਇਹ ਹੈ ਕਿ ਇਹ ਉੱਡ ਉੱਡ ਕੇ ਕੱਪੜਿਆਂ ਨੂੰ ਲੱਗਦੀ ਹੈ, ਇਹ ਉੱਡ ਉੱਡ ਕੇ ਅੱਖਾਂ ਵਿੱਚ ਪੈਂਦੀ ਆ। ਤੁਸੀਂ ਦੇਖਦੇ ਨਾ ਹੁਣ ਹਨੇਰੀਆਂ ਚੱਲਦੀਆਂ, ਕਿਵੇਂ ਧੂੜ ਮਿੱਟੀ ਉੱਡ ਉੱਡ ਕੇ ਸਾਡੀਆਂ ਅੱਖਾਂ ਵਿੱਚ ਪੈਂਦੀ ਹੈ, ਕਿਵੇਂ ਖਲਾਰਾ ਪੈ ਜਾਂਦਾ ਹੈ, ਕਿਵੇਂ ਸਾਰੇ ਘਰ ਵਿੱਚ ਧੂੜ ਮਿੱਟੀ ਭਰ ਜਾਂਦੀ ਹਨੇਰੀ ਨਾਲ, ਹਵਾ ਨਾਲ। ਸਤਿਗੁਰੂ ਕਹਿੰਦੇ ਖੇ ਹੋਈ ਤਾਂ ਕਿਆ ਪਿਆ, ਖੇ ਹੋ ਗਈ ਤਾਂ ਕੀ ਹੋ ਗਿਆ? ਜੋ ਉੱਡ ਲੱਗ ਗਏ ਅੰਗ, ਤੂੰ ਉੱਡ ਉੱਡ ਕੇ ਅੰਗਾਂ ਨੂੰ ਲੱਗਦੀ ਹੈ। ਥੋੜਾ ਜਿਹਾ ਹੋਰ, ਥੋੜੀ ਜਿਹੀ ਹੋਰ, ਜਿੱਥੇ ਇੰਨੀ ਘਾਲਣਾ ਘਾਲ ਲਈ, ਇੱਕ ਰੋੜਾ ਬਣ ਗਿਆ, ਰੋੜੇ ਤੋਂ ਖੇ ਹੋ ਗਿਆ, ਹੁਣ ਥੋੜਾ ਜਿਹਾ ਹੋਰ, ਜਿਉ ਪਾਣੀ ਸਰਬੰਗ, ਪਾਣੀ ਵਰਗਾ ਹੋ ਜਾ। ਪਾਣੀ ਬੜਾ ਸੀਤਲ, ਬੜਾ ਸਰਲ, ਹਮੇਸ਼ਾ ਨੀਵੇਂ ਪਾਸੇ ਨੂੰ ਜਾਂਦਾ, ਉਤਾਂਹ ਨੂੰ ਜਾਂਦਾ ਹੀ ਨਹੀਂ ਪਾਣੀ। ਨੀਵੇਂ ਪਾਸੇ ਨੂੰ ਲਿਜਾਣ ਲਈ ਪਾਣੀ ਨੂੰ ਕੁਛ ਨਹੀਂ ਕਰਨਾ ਪੈਂਦਾ, ਪਰ ਉੱਚੀ ਥਾਂ ਲਿਜਾਣ ਵਾਸਤੇ ਕਈ ਤਰ੍ਹਾਂ ਦੇ ਟੁੱਲੂ ਪੰਪ ਲਾਉਣੇ ਪੈਂਦੇ ਨੇ, ਜ਼ੋਰ ਲਾਉਣਾ ਪੈਂਦਾ, ਫਿਰ ਉੱਚੀ ਥਾਂ ਜਾਂਦਾ। ਪਰ ਉੱਚੀ ਥਾਂ ਤੋਂ ਪਾਣੀ ਨੀਵੇਂ ਪਾਸੇ ਨੂੰ ਆਪੇ ਤੁਰਿਆ ਜਾਂਦਾ। ਕਬੀਰ ਸਾਹਿਬ ਕਹਿੰਦੇ ਪਾਣੀ ਜੈਸਾ ਹੋ ਜਾ।
ਪਾਣੀ ਹੋ ਗਿਆ। ਕਬੀਰ ਸਾਹਿਬ ਕਹਿੰਦੇ ਹੁਣ ਤੂੰ ਪਾਣੀ ਹੋ ਗਿਆ ਨਾ, ਹੁਣ ਪਾਣੀ ਹੋਣਾ ਵੀ ਛੱਡ, ਕਿਉਂਕਿ ਪਾਣੀ ਵਿੱਚ ਵੀ ਕਮੀ ਹੈ, ਪਾਣੀ ਵਿੱਚ ਵੀ ਇੱਕ ਔਗਣ ਹੈ। ਉਹ ਕੀ? ਉਹ ਇਹ ਕਿ ਇਹਨੂੰ ਜੈਸੀ ਸੰਗਤ ਮਿਲਦੀ ਹੈ ਵੈਸਾ ਹੋ ਜਾਂਦਾ ਹੈ। ਪਾਣੀ ਨੂੰ ਗਰਮ ਥਾਂ ਰੱਖੋ ਇਹ ਗਰਮ ਹੋ ਜਾਂਦਾ ਹੈ, ਇਹਨੂੰ ਠੰਡੀ ਥਾਂ ਰੱਖੋ ਇਹ ਠੰਡਾ ਹੋ ਜਾਂਦਾ ਹੈ, ਬਹੁਤ ਜ਼ਿਆਦਾ ਠੰਡੀ ਥਾਂ ਰੱਖੋ ਇਹ ਬਰਫ਼ ਬਣ ਜਾਂਦਾ ਹੈ, ਜੈਸਾ ਰੰਗ ਦਿਓ ਇਹ ਵੈਸਾ ਹੋ ਜਾਂਦਾ ਹੈ। ਫਿਰ ਕੀ ਕਰਨਾ ਚਾਹੀਦਾ ਹੈ? ਕਬੀਰ ਸਾਹਿਬ ਕਹਿੰਦੇ ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ। ਪਰਮਾਤਮਾ ਦਾ ਸੇਵਕ ਐਸਾ ਚਾਹੀਦਾ ਹੈ ਜੈਸਾ ਪਰਮੇਸ਼ਰ ਆਪ ਹੈ। ਇਸ ਲਈ ਇਸ ਤੋਂ ਘੱਟ ਵਿੱਚ ਨਹੀਂ ਗੱਲ ਬਣਦੀ, ਇਸ ਤੋਂ ਘੱਟ 'ਚ ਗੁਜ਼ਾਰਾ ਨਹੀਂ ਹੁੰਦਾ। ਇਸ ਲਈ ਪਹਿਲਾਂ ਰੋੜਾ ਹੋ ਜਾਓ, ਜਦੋਂ ਰੋੜਾ ਹੋ ਗਏ ਫਿਰ ਉਸ ਤੋਂ ਅਗਾਂਹ ਖੇ ਹੋ ਜਾਓ। ਜਦੋਂ ਖੇ ਹੋ ਗਏ, ਆਪਣੇ ਆਪ ਨੂੰ ਮਿੱਟੀ ਜੈਸਾ ਜਾਣ ਲਿਆ, ਫਿਰ ਪਾਣੀ ਵਰਗੇ ਨਿਰਮਲ ਹੋ ਜਾਓ। ਜਦੋਂ ਉਹ ਹੋ ਗਏ ਤੇ ਹੁਣ ਇੱਥੇ ਵੀ ਗੱਲ ਨਹੀਂ, ਉੱਥੇ ਵੀ ਰੁਕਣਾ ਨਹੀਂ। ਰੁਕਣਾ ਕਿੱਥੇ ਹੈ? ਰੁਕਣਾ ਜਦੋਂ ਪਰਮੇਸ਼ਰ ਜੈਸੇ ਹੋ ਗਏ, ਉੱਥੇ ਜਾ ਕੇ ਹੀ ਵਿਸ਼ਰਾਮ ਹੈ। ਲੋਕ ਇੱਕ ਥਾਂ ਰੁਕ ਜਾਂਦੇ ਨੇ, ਉਹ ਕਹਿੰਦੇ ਜੀ ਆਹ ਮਿਲ ਗਿਆ ਬਸ ਕਾਫੀ ਹੈ। ਨਹੀਂ ਨਹੀਂ, ਉਸ ਤੋਂ ਅਗਾਂਹ ਵਧਣਾ, ਉਸ ਤੋਂ ਅੱਗੇ ਚੱਲਣਾ। ਬੰਦਾ ਰੋਗੀ ਸੀ, ਬਿਮਾਰ ਸੀ, ਤੇ ਉਸ ਬਿਮਾਰੀ ਦਾ ਇਲਾਜ ਕਰਾਉਂਦਾ ਫਿਰਦਾ ਸੀ, ਕਦੇ ਕਿਸੇ ਡਾਕਟਰ ਕੋਲ, ਕਦੇ ਕਿਤੇ ਕਦੇ ਕਿਤੇ। ਸਿਆਣਾ ਡਾਕਟਰ ਮਿਲ ਪਿਆ, ਸਿਆਣੇ ਡਾਕਟਰ ਨੇ ਵਧੀਆ ਦਵਾ ਦਿੱਤੀ, ਤਾਂ ਉਸ ਦਵਾ ਸਦਕਾ ਆਦਮੀ ਠੀਕ ਹੋ ਗਿਆ, ਤੰਦਰੁਸਤ ਹੋ ਗਿਆ। ਪਹਿਲਾਂ ਰੋਗੀ ਸੀ, ਹੁਣ ਰੋਗ ਤੋਂ ਮੁਕਤ ਹੋ ਗਿਆ, ਤੰਦਰੁਸਤ ਹੋ ਗਿਆ। ਤੇ ਬਸ ਕੀ ਤੰਦਰੁਸਤ ਹੋ ਜਾਣਾ ਕਾਫੀ ਹੈ? ਤੁਸੀਂ ਗੌਰ ਕਰੋ, ਦੇਖੋ ਜਰਾ ਆਪਣੇ ਆਲੇ ਦੁਆਲੇ ਤੰਦਰੁਸਤ ਲੋਕਾਂ ਨੂੰ, ਕਿ ਤੰਦਰੁਸਤ ਹੋਣਾ ਕਾਫੀ ਹੈ? ਲੋਕ ਤੰਦਰੁਸਤ ਹੋਣ ਦੇ ਬਾਵਜੂਦ ਵੀ ਰੋਗੀਆਂ ਵਰਗੇ ਨਜ਼ਰ ਆਉਂਦੇ ਨੇ, ਕਿਉਂਕਿ ਤੰਦਰੁਸਤੀ ਸਿਰਫ ਸਰੀਰ ਦੀ ਹੈ, ਮਨ ਦੀ ਨਹੀਂ। ਸਰੀਰ ਤੰਦਰੁਸਤ ਹੋਇਆ ਹੈ, ਮਨ ਤੇ ਪਹਿਲਾਂ ਵਾਂਗੂ ਰੋਗੀ ਹੈ। ਜਦ ਤੱਕ ਮਨ ਵੀ ਪੂਰੀ ਤਰ੍ਹਾਂ ਸਵਸਥ ਨਹੀਂ ਹੁੰਦਾ, ਤਦ ਤੱਕ ਤੰਦਰੁਸਤੀ ਦਾ ਆਨੰਦ ਨਹੀਂ ਮਾਣਿਆ ਜਾ ਸਕਦਾ। ਤੰਦਰੁਸਤ ਲੋਕ ਕਰ ਕੀ ਰਹੇ ਨੇ? ਸ਼ਰਾਬਾਂ ਪੀ ਰਹੇ ਨੇ। ਕੀ ਕਰ ਰਹੇ ਨੇ ਤੰਦਰੁਸਤ ਲੋਕ? ਇੱਧਰ ਉੱਧਰ ਦੂਸਰਿਆਂ ਦੀ ਨਿੰਦਾ ਕਰ ਰਹੇ ਨੇ, ਇੱਧਰ ਉੱਧਰ ਦੀਆਂ ਚੁਗਲੀਆਂ ਕਰ ਰਹੇ ਨੇ। ਕੀ ਕਰ ਰਹੇ ਨੇ ਤੰਦਰੁਸਤ ਲੋਕ? ਕਾਮ ਵਾਸਨਾ ਭੋਗ ਰਹੇ ਨੇ, ਕ੍ਰੋਧ ਕਰ ਰਹੇ ਨੇ। ਕੀ ਕਰ ਰਹੇ ਨੇ? ਲੋਭ ਕਰ ਰਹੇ ਨੇ, ਲਾਲਚ ਕਰ ਰਹੇ ਨੇ, ਹੰਕਾਰ ਕਰ ਰਹੇ ਨੇ। ਇਹੀ ਕੁਛ ਤਾਂ ਕਰ ਰਹੇ ਆ। ਇਹਦਾ ਮਤਲਬ ਹਾਲੇ ਰੋਗੀ ਹਾਂ, ਹਾਲੇ ਰੋਗ ਹੈ। ਸਰੀਰ ਦਾ ਰੋਗ ਮਿਟ ਗਿਆ ਪਰ ਮਨ ਦਾ ਨਹੀਂ ਮਿਟਿਆ। ਜਿਸ ਦਿਨ ਮਨ ਦਾ ਵੀ ਰੋਗ ਮਿਟ ਜਾਂਦਾ ਹੈ, ਉਸ ਦਿਨ ਅਸਲ ਤੰਦਰੁਸਤੀ ਆਉਂਦੀ ਹੈ। ਉਸ ਦਿਨ ਅਸਲ ਰੂਪ ਵਿੱਚ ਅਸੀਂ ਸਵਸਥ ਹੁੰਦੇ ਹਾਂ। ਇਸ ਲਈ ਸਤਿਗੁਰੂ ਕਹਿੰਦੇ ਇਹ ਸਵਸਥ ਅਵਸਥਾ ਜਦੋਂ ਅਸੀਂ ਸਾਧੂ ਦੇ ਚਰਨਾਂ ਦੀ ਧੂੜ ਹੋ ਜਾਂਦੇ ਹਾਂ ਫਿਰ ਮਿਲਦੀ। ਜਦੋਂ ਅਸੀਂ ਗੁਰੂ ਦੇ ਚਰਨਾਂ ਨਾਲ ਜੁੜ ਜਾਂਦੇ ਹਾਂ ਤਾਂ ਪਵਿੱਤਰਤਾ ਆਉਂਦੀ ਹੈ। ਭੈ ਪੁਨੀਤ ਸੰਤਨ ਕੀ ਧੂਰ, ਸਾਧੂ ਦੀ ਧੂਰ ਨਾਲ ਜੁੜ ਕੇ, ਸਾਧੂ ਦੇ ਸੰਤ ਦੇ ਚਰਨਾਂ ਨਾਲ ਜੁੜ ਕੇ ਅਸੀਂ ਪਵਿੱਤਰ ਹੁੰਦੇ ਹਾਂ। ਸਾਡੇ ਅੰਦਰ ਪਵਿੱਤਰਤਾ ਆਉਂਦੀ ਜਦੋਂ ਸਾਧੂ ਦੇ ਚਰਨਾਂ ਨਾਲ ਜੁੜੇ।
ਤੇ ਫਿਰ ਕੀ ਹੋਇਆ? ਸਤਿਗੁਰੂ ਕਹਿੰਦੇ ਕਿਲ ਵਿਖ ਬਿਨਾਸੇ, ਸਾਰੇ ਕਿਲ ਵਿਖ ਬਿਨਸ ਗਏ, ਪਾਪ ਬਿਨਸ ਗਏ। ਹੁਣ ਕੋਈ ਪਾਪ ਨਹੀਂ ਰਿਹਾ, ਹੁਣ ਕੋਈ ਦੁੱਖ ਨਹੀਂ ਰਿਹਾ, ਕੋਈ ਦਰਦ ਨਹੀਂ ਰਿਹਾ, ਸਭ ਮਿਟ ਗਏ, ਪਵਿੱਤਰ ਹੋ ਗਏ। ਹੁਣ ਕੋਟ ਜਨਮ ਕੇ ਰਹੇ ਪਵਾਰੇ, ਕਰੋੜਾਂ ਜਨਮਾਂ ਦੇ, ਜਨਮਾਂ ਜਨਮਾਂਤਰਾਂ ਦੇ ਪਵਾਰੇ, ਪਵਾਰੇ ਮਤਲਬ ਭਟਕਣਾ। ਜੋ ਜਨਮਾਂ ਦੀ ਭਟਕਣਾ ਲੱਗੀ ਸੀ, ਕਿਹੜੀ ਭਟਕਣਾ ਸੀ? ਜਨਮਾਂ ਦੀ ਭਟਕਣਾ, ਬਾਰ-ਬਾਰ ਜੰਮਣ ਦੀ, ਵਾਰ-ਵਾਰ ਜੂਨਾਂ ਵਿੱਚ ਭਟਕਣ ਦੀ। ਜਿਵੇਂ ਸਾਨੂੰ, ਅਸੀਂ ਕਿਸੇ ਦੇ ਘਰ ਜਾਣਾ ਹੈ ਤੇ ਘਰ ਦਾ ਨੰਬਰ ਸਾਨੂੰ ਪਤਾ ਨਹੀਂ, ਤਾਂ ਫਿਰ ਅਸੀਂ ਕੀ ਕਰਾਂਗੇ? ਅਸੀਂ ਕੱਲੇ-ਕੱਲੇ ਘਰ ਦਾ ਦਰਵਾਜ਼ਾ ਖੜਕਾਵਾਂਗੇ, ਕਿਉਂਕਿ ਸਾਰੇ ਘਰ ਇੱਕੋ ਜਿਹੇ ਨੇ, ਇੱਕੋ ਜਿਹੇ ਦਿਸਦੇ ਨੇ। ਕੱਲੇ-ਕੱਲੇ ਘਰ ਦਾ ਦਰਵਾਜ਼ਾ ਖੜਕਾਉਂਦੇ ਫਿਰਦੇ ਆ। ਜਦ ਤੱਕ ਸਹੀ ਦੁਆਰ ਨਹੀਂ ਲੱਭਦਾ, ਜਦੋਂ ਤੱਕ ਸਹੀ ਘਰ ਨਹੀਂ ਲੱਭਦਾ, ਉਦੋਂ ਤੱਕ ਦਰਵਾਜ਼ਾ ਖੜਕਾਉਣਾ ਹੀ ਪਵੇਗਾ ਸਾਰੇ ਘਰਾਂ ਦਾ। ਬਿਲਕੁਲ ਐਸਾ ਹੀ, ਜਦੋਂ ਤੱਕ ਸਹੀ ਦਰ ਨਹੀਂ ਨਾ ਲੱਭਦਾ, ਉਦੋਂ ਤੱਕ ਬੰਦੇ ਨੂੰ ਜੰਮਣ ਮਰਨ ਵਿੱਚ ਭਟਕਣਾ ਹੀ ਪੈਂਦਾ ਹੈ। ਕਈ ਵਾਰੀ ਆਉਂਦਾ ਨਾ, ਕੋਈ ਬੰਦਾ ਆ ਰਿਹਾ, ਕੋਈ ਗੈਸਟ ਆ ਰਿਹਾ ਤੁਹਾਡੇ ਘਰ, ਉਹ ਰਾਹ ਭੁੱਲ ਜਾਂਦਾ ਹੈ। ਉਹਨੇ ਆਉਣਾ ਸਿੱਧਾ ਸੀ, ਪਰ ਉਹ ਬਾਈਪਾਸ ਤੋਂ ਉਹਨੂੰ ਪਤਾ ਨਹੀਂ ਚੱਲਿਆ ਕਿ ਟਰਨ ਲੈਣਾ ਸੀ, ਰਾਈਟ ਟਰਨ ਲੈਣਾ ਸੀ। ਉਹ ਸਿੱਧਾ ਬ੍ਰਿਜ ਤੇ ਚੜ ਗਿਆ। 5-10 ਕਿਲੋਮੀਟਰ 20 ਕਿਲੋਮੀਟਰ ਅੱਗੇ ਜਾ ਕੇ ਪਤਾ ਲੱਗਿਆ ਕਿ ਸ਼ਾਇਦ ਤਾਂ ਆਇਆ ਹੀ ਨਹੀਂ। ਕਿਉਂ? ਕਿਉਂਕਿ ਉਹਨੇ ਰਸਤਾ ਗਲਤ ਪਕੜ ਲਿਆ, ਖਿਆਲ ਹੀ ਨਹੀਂ ਰਿਹਾ ਕਿ ਮੁੜਨਾ ਸੀ। ਬਿਲਕੁਲ ਐਸਾ ਹੀ ਸਾਡੀ ਜ਼ਿੰਦਗੀ ਦੇ ਵਿੱਚ ਵਾਪਰਦਾ ਹੈ, ਐਸਾ ਹੀ। ਫਿਰ ਉਹ ਆਦਮੀ ਕਿੱਧਰੋਂ ਕਿੱਧਰੋਂ ਘੁੰਮ ਘੁਮਾ ਕੇ ਜਦੋਂ ਬਹੁਤ ਦੇਰ ਬਾਅਦ ਪਹੁੰਚਦਾ ਹੈ, ਜਿਹਨੂੰ ਪਹੁੰਚਣਾ ਚਾਹੀਦਾ ਸੀ 5-10 ਮਿੰਟ ਦੇ ਵਿੱਚ, ਉਹਨੂੰ 5-4 ਘੰਟੇ ਲੱਗ ਜਾਂਦੇ ਨੇ ਪਹੁੰਚਣ ਵਿੱਚ। 5-10 ਮਿੰਟ ਵਿੱਚ ਆਉਣਾ ਸੀ, 5-7 ਘੰਟੇ ਲੱਗ ਗਏ। ਬਿਲਕੁਲ ਐਸਾ ਹੀ ਕਿ ਸਾਨੂੰ ਇਸੇ ਜਨਮ ਵਿੱਚ ਪਾਰ ਲੰਘਣਾ ਸੀ, ਪਰ ਬਹੁਤ ਸਾਰੇ ਜਨਮ ਲੱਗ ਗਏ। ਕਿਉਂ? ਕਿਉਂਕਿ ਇੱਕ ਗਲਤ ਰਾਹ ਪਕੜ ਲਿਆ। ਉਸ ਇੱਕ ਗਲਤ ਰਾਹ ਨੇ ਸਾਨੂੰ ਪਵਾਰਿਆਂ ਵਿੱਚ, ਭਟਕਣਾ ਵਿੱਚ ਪਾ ਦਿੱਤਾ। ਇਸ ਲਈ ਜਦੋਂ ਤੱਕ ਸਹੀ ਰਾਹ ਨਹੀਂ ਮਿਲਦਾ, ਉਦੋਂ ਤੱਕ ਅਸੀਂ ਭਟਕਦੇ ਹੀ ਰਵਾਂਗੇ, ਉਦੋਂ ਤੱਕ ਖੱਜਲ ਹੁੰਦੇ ਹੀ ਰਵਾਂਗੇ। ਇਸ ਲਈ ਇਹ ਦੁਨੀਆ ਐਸੀ ਹੈ ਕਿ ਇਸ ਸੰਸਾਰ ਦੇ ਵਿੱਚ ਜੇ ਤੁਸੀਂ ਰਾਹ ਵੀ ਪੁੱਛੋਗੇ ਤਾਂ ਕਈ ਵਾਰੀ ਲੋਕ ਗਲਤ ਰਾਹ ਤੇ ਪਾ ਦਿੰਦੇ ਨੇ, ਗਲਤ ਮਾਰਗ ਤੇ ਪਾ ਦਿੰਦੇ ਨੇ। ਬਹੁਤ ਵਾਰੀ ਐਸਾ ਹੁੰਦਾ ਹੈ ਕਿ ਬੰਦਾ ਖੁਦ ਰਾਹ ਜਾਣਦਾ ਨਹੀਂ, ਪਰ ਦੂਸਰੇ ਨੂੰ ਦੱਸ ਦਿੰਦਾ ਕਿ ਜੀ ਇੱਧਰੋਂ ਮੁੜ ਕੇ ਐ ਨੂੰ ਮੁੜ ਜਾਓ, ਖੁਦ ਨੂੰ ਪਤਾ ਹੀ ਨਹੀਂ। ਮੈਂ ਦਿੱਲੀ ਰਹਿੰਦਾ ਸਾਂ, ਉੱਥੇ ਇੱਕ ਮੇਰੇ ਦੋਸਤ ਦਾ ਦੋਸਤ ਸੀ, ਉਹ ਮੇਰੇ ਨਾਲ, ਤੇ ਉਹ ਪਹਿਲੀ ਦਫਾ ਦਿੱਲੀ ਆਇਆ ਸੀ। ਮੈਂ ਤੇ ਉੱਥੇ ਕਾਫੀ ਸਮੇਂ ਤੋਂ ਰਹਿ ਰਿਹਾ ਸੀ, ਉਹ ਪਹਿਲੀ ਦਫਾ ਆਇਆ, ਘੁੰਮਣ ਫਿਰਨ ਵਾਸਤੇ ਆਇਆ ਸੀ। ਮੇਰੇ ਦੋਸਤ ਨੇ ਕਿਹਾ ਕਿ ਇਸ ਨੂੰ ਇੱਥੇ ਫਲਾਣੀ ਥਾਂ ਲੈ ਜਾਣਾ, ਮੈਂ ਲੈ ਗਿਆ। ਅਸੀਂ ਸੜਕ ਤੇ ਖੜੋਤੇ ਸਾਂ ਕਿ ਕੋਈ ਗੱਡੀ ਆ ਕੇ ਰੁਕੀ, ਉਹਨਾਂ ਨੇ ਰਾਹ ਪੁੱਛਿਆ ਕਿ ਫਲਾਣੀ ਥਾਂ ਅਸੀਂ ਜਾਣਾ ਹੈ। ਯੂਪੀ ਵਾਲੇ ਪਾਸੇ ਵਿਸ਼ਾਲੀ ਨਾਂ ਦਾ ਇੱਕ ਥਾਂ ਪੈਂਦਾ ਹੈ, ਉਹ ਕਹਿੰਦੇ ਜੀ ਮੈਂ ਵਿਸ਼ਾਲੀ ਨੂੰ ਜਾਣਾ ਹੈ। ਮੈਂ ਉਹਨਾਂ ਨੂੰ ਕਿਹਾ ਜੀ ਮੈਨੂੰ ਪਤਾ ਨਹੀਂ। ਹੁਣ ਇਹ ਜਿਹੜਾ ਬੰਦਾ ਮੇਰੇ ਨਾਲ, ਜਿਹੜਾ ਪਹਿਲੀ ਵਾਰੀ ਦਿੱਲੀ ਆਇਆ, ਇਹਨੇ ਰਾਹ ਦੱਸ ਦਿੱਤਾ, ਕਹਿੰਦੇ ਜੀ ਇੱਧਰੋਂ ਮੁੜ ਕੇ ਐ ਨੂੰ ਚਲੇ ਜਾਓ, ਉੱਧਰ ਨੂੰ ਐ ਨੂੰ ਚਲੇ ਜਾਓ। ਉਹ ਚਲੇ ਗਏ ਆਦਮੀ। ਮੈਂ ਪੁੱਛਿਆ ਕਿ ਭਾਈ ਤੈਨੂੰ ਪਤਾ ਹੈ? ਉਹ ਕਹਿੰਦਾ ਮੈਨੂੰ ਪਤਾ ਨਹੀਂ, ਬਸ ਮੈਂ ਐਵੇਂ ਤੋਰਤਾ, ਮੈਨੂੰ ਨਹੀਂ ਪਤਾ। ਮੈਂ ਕਿਹਾ ਜੇ ਤੈਨੂੰ ਪਤਾ ਨਹੀਂ ਫਿਰ ਤੂੰ ਦੱਸਿਆ ਕਿਉਂ, ਫਿਰ ਗਲਤ ਕਿਉਂ ਉਹਨਾਂ ਨੂੰ ਗਾਈਡ ਕੀਤਾ? ਉਹ ਕਹਿੰਦਾ ਬਸ ਵੈਸੇ ਹੀ, ਬਸ ਦੁਨੀਆ ਐਸੀ ਹੀ ਹੈ।
ਇੱਥੇ ਧਰਮ ਦੇ ਬਾਰੇ ਵਿੱਚ ਪਤਾ ਕਿਸੇ ਨੂੰ ਵੀ ਨਹੀਂ, ਬਸ ਲੋਕ ਦੱਸਦੇ ਫਿਰਦੇ ਨੇ ਕਿ ਜੀ ਇੱਧਰੋਂ ਇਹਨੂੰ ਕਰ ਲਓ, ਇਸ ਤਰ੍ਹਾਂ ਅੱਖਾਂ ਬੰਦ ਕੇ ਸਿਮਰਨ ਕਰੋ, ਇਸ ਤਰ੍ਹਾਂ ਅੱਖਾਂ ਖੋਲ ਕੇ ਸਿਮਰਨ ਕਰੋ, ਫਲਾਣੇ ਢੰਗ ਨਾਲ ਕਰੋ, ਇਸ ਢੰਗ ਨਾਲ ਕਰੋ, ਇਸ ਢੰਗ ਨਾਲ ਚੌਂਕੜਾ ਮਾਰ ਕੇ ਕਰੋ, ਫਲਾਣੇ ਢੰਗ ਨਾਲ ਕਰੋ। ਲੋਕ ਦੱਸੀ ਜਾਂਦੇ ਨੇ, ਪਤਾ ਕਿਸੇ ਨੂੰ ਵੀ ਨਹੀਂ ਹੈ। ਜਾਣਦਾ ਕੋਈ ਵੀ ਨਹੀਂ, ਪਰ ਦੱਸਣ ਵਾਲੇ ਬਹੁਤ ਨੇ। ਇਸ ਲਈ ਇੱਥੇ ਭਟਕਣ ਦੀ ਸੰਭਾਵਨਾ ਬਹੁਤ ਹੈ ਕਿ ਬੰਦਾ ਭਟਕ ਸਕਦਾ ਹੈ। ਉਹ ਵੀ ਬੰਦਾ ਰਾਹ ਗਲਤ ਦੱਸ ਸਕਦਾ ਹੈ ਜਿਹਦੇ ਤੇ ਸਾਨੂੰ ਭਰੋਸਾ ਹੈ, ਕਿਉਂਕਿ ਉਸ ਨੂੰ ਇਸ ਗੱਲ ਦਾ ਭਰਮ ਹੋ ਸਕਦਾ ਹੈ ਕਿ ਮੈਂ ਜਾਣਦਾ। ਇਸ ਗੱਲ ਦਾ ਭੁਲੇਖਾ ਹੋ ਸਕਦਾ ਹੈ ਕਿ ਮੈਨੂੰ ਤਾਂ ਪਤਾ ਹੀ ਹੈ, ਉਹ ਵੀ ਗਲਤ ਹੋ ਸਕਦਾ ਹੈ। ਇਸ ਲਈ ਸਤਿਗੁਰੂ ਕਹਿੰਦੇ ਇਹ ਜਿਹੜੀ ਭਟਕਣਾ ਸੀ ਨਾ, ਇਹ ਮੇਰੀ ਹੁਣ ਮਿਟ ਗਈ। ਕੋਟ ਜਨਮ ਕੇ ਰਹੇ ਭਵਾਰੇ, ਇਹ ਮੇਰੇ ਭਵਾਰੇ ਮਿਟ ਗਏ, ਇਹ ਮੇਰੀ ਭਟਕਣਾ ਮਿਟ ਗਈ। ਹੁਣ ਦੁਲੱਭ ਦੇ ਜੀਤੀ, ਆ ਦੁਰਲਭ ਦੇ ਜਿਹੜੀ ਆ ਸਰੀਰ ਮੈਨੂੰ ਮਿਲਿਆ, ਇਹ ਦੇਹੀ ਜਿਹੜੀ ਮੈਨੂੰ ਮਿਲੀ, ਇਸ ਦੇਹੀ ਰਾਹੀਂ ਮੈਂ ਇਸ ਜੀਵਨ ਦੀ ਖੇਡ ਨੂੰ ਜਿੱਤ ਲਿਆ। ਹੁਣ ਨਹੀਂ ਮੈਂ ਹਾਰਦਾ। ਦੁਲੱਭ ਦੇ ਜੀਤੀ ਨਹੀਂ ਹਾਰੇ, ਹੁਣ ਨਹੀਂ ਹਾਰੇ। ਪਹਿਲਾਂ ਹਾਰਦੇ ਰਹੇ ਆ, ਪਹਿਲਾਂ ਭਟਕਣਾ ਵਿੱਚ ਪੈਂਦੇ ਰਹੇ ਆ, ਪਹਿਲਾਂ ਵਾਰ-ਵਾਰ ਵਾਸਨਾਵਾਂ ਵਿੱਚ ਉਲਝਦੇ ਰਹੇ ਆ, ਵਾਰ-ਵਾਰ ਜੰਮਣ ਮਰਨ ਦੇ ਗੇੜ ਵਿੱਚ ਪੈਂਦੇ ਰਹੇ ਆ, ਪਰ ਹੁਣ ਨਹੀਂ। ਹੁਣ ਨਹੀਂ। ਗਿਆਨ ਦਾ ਮਤਲਬ ਇਹੀ ਹੁੰਦਾ ਹੈ ਕਿ ਪਹਿਲਾਂ ਗਲਤੀਆਂ ਕਰ ਲਈਆਂ, ਪਰ ਹੁਣ ਨਹੀਂ ਕਰਨੀ। ਹੁਣ ਨਹੀਂ। ਆਪਾਂ ਪੜ੍ਹਦੇ ਨਾ ਬਚਨ ਰਵਿਦਾਸ ਜੀ ਦਾ, ਕੀ ਕਹਿੰਦੇ ਨੇ? ਬਹੁਤ ਜਨਮ ਵਿਛੜੇ ਥੇ ਮਾਧੋ, ਇਹ ਜਨਮ तुम्हारे लेखे। ठीक है, बिछड़े रहे बहुत जन्म, ठीक है, अनजाने विच बिछड़े रहे होवांगे, ज्ञान नहीं सी, भटकदे रहे। तुसीं गौर करना कि असीं बच्चे दी हर गलती माफ कर दिंदे आ, क्यों? क्योंकि उन्होंने पता नहीं, कुछ अनजान है। बेशक गुस्सा तो आता सानू कई बारी कि यह किवें तंग करदा है, पर फिर भी असीं बख्श दिंदे आ कि उहदा कसूर कोई नहीं, क्योंकि उन्होंने पता ही नहीं, उन्होंने समझ नहीं है इन्नी। पर जदों उही बच्चा वड्डा हो के गलती करदा है, फिर नहीं बख्शिया जाता। क्यों? क्योंकि हुण सब समझ है, हुण सब सही गलत का पता है, हुण सब चीज़ों तो वाकफ है। हुण किवें तुसीं बख्श दिओगे? हुण तुसीं झिड़कोगे, हुण जे मारन दी लोड़ पई तां मारोगे भी, क्योंकि हुण वो सियाणा हो गया, हुण वड्डा हो गया। बिल्कुल ऐसा ही जदों तक बंदा है अनजान, नहीं जानदा, नहीं समझदा, उदों तक वो बख्शिया जाता है। पर जदों वो सब कुछ जानदा है, सब कुछ वेखदा है, सब चीज़ों का भली प्रकार पता है, पर फिर भी गलत राह ते जावे, फिर भी गलत राह चुने, तो फिर नहीं बख्शिया जाता। इसलिए हुण सानू पता चल गया गुरु का शब्द पढ़ के, बाणी पढ़ के, कि आही अवसर है, यही ओनली यही मोमेंट है, यही पल है जिस पल राही असीं उस वाहिगुरू नाल जुड़ सकते हैं। यही जीवन है, आही जीवन, यही मौका है साडे कोल। जे मौका खुंज गया फिर दोबारा नहीं मिलना। हर बंदे नूं पता है, किनू नहीं पता? सानू सारिआं नूं पता है कि यही इक्को एक लास्ट चांस है साडे कोल। असीं ये गल्लां बहुत वारी कीतियां जदों दूसरिਆਂ ਦੇ घर अफसोस करन गए मौत ਦਾ। ਅਸੀਂ ਇਹ ਗੱਲਾਂ ਕੀਤੀਆਂ जी यही मनुखा जन्म है, बस मुड़ के जूना च आदमी पै जांदा है। ਅਸੀਂ बहुत वारी ये गल्लां कीतियां। बहुत सारे लोगों को असी शमशान घाट छड्ड के आए हैं, उन्होंने चिखा ते लम्मे पा के आए हैं, उन्होंने चिखा नूं अगन भेंट करके आए हैं। बहुत सारे लोगों को चिखा ते सड़दियां देखिया। किनू नहीं पता है जीवन के सच का? सानू सारिआं नूं पता है, पर समझते हैं? बिल्कुल भी नहीं। उहदे तो सेध लैंदे आ? बिल्कुल भी नहीं। बस जिवें ही शमशान तो बाहर निकलते हैं
ਉਹਨੂੰ ਉੱਥੇ ਛੱਡ ਆਉਂਦੇ ਆ ਕਿ ਚਲੋ ਗੱਲ ਖਤਮ ਹੋਈ, ਕਹਾਣੀ ਮੁੱਕੀ, ਨਵਾਂ ਚੈਪਟਰ ਸ਼ੁਰੂ ਕਰੋ। ਹੁਣ ਸਤਿਗੁਰੂ ਕਹਿੰਦੇ ਇੰਜ ਨਹੀਂ, ਇੰਜ ਨਹੀਂ, ਸਮਝੋ ਉਸ ਨੂੰ, ਜਾਣੋ ਉਸ ਨੂੰ। ਜਦੋਂ ਅਸੀਂ ਜਾਣ ਲੈਂਦੇ ਆ, ਸਤਿਗੁਰੂ ਕਹਿੰਦੇ ਫਿਰ ਇਸ ਪਲ ਨੂੰ ਜਦੋਂ ਪਹਿਚਾਣ ਲੈਂਦੇ ਆ ਕਿ ਇਹੀ ਪਲ ਹੈ, ਇਹੀ ਜੀਵਨ ਹੈ, ਇਸ ਤੋਂ ਅਗਾਂਹ ਹੋਰ ਕੋਈ ਜੀਵਨ ਹੈ ਜਾਂ ਨਹੀਂ ਪਤਾ ਨਹੀਂ। ਜਿਹਨੇ ਇਹ ਜਾਣ ਲਿਆ ਉਸਨੇ ਇਸ ਦੇਹੀ ਨੂੰ ਜਿੱਤ ਲਿਆ। ਉਹ ਬੰਦਾ ਫਿਰ ਹਾਰਦਾ ਨਹੀਂ। ਰਵਿਦਾਸ ਜੀ ਕਹਿੰਦੇ ਨਾ ਕਿ ਹੁਣ ਨਹੀਂ ਮੈਂ ਭਟਕਦਾ, ਵਿਛੜਿਆ ਰਿਹਾ ਮੈਂ ਬਹੁਤ ਜਨਮ, ਪਰ ਹੁਣ ਨਹੀਂ, ਹੁਣ ਨਹੀਂ ਵਿਛੜਿਆ, ਹੁਣ ਨਹੀਂ ਉਹਦੇ ਤੋਂ ਦੂਰ ਹੋਣਾ। ਇਹ ਜਨਮ ਤੁਹਾਰੇ ਲਿਖੇ। ਸਤਿਗੁਰੂ ਕਹਿੰਦੇ ਦੁਲੱਭ ਦੇ ਜੀਤੀ, ਇਸ ਦੇਹੀ ਰਾਹੀਂ ਇਸ ਜੀਵਨ ਨੂੰ ਜਿੱਤ ਲਿਆ। ਨਹੀਂ ਹਾਰੇ, ਹੁਣ ਨਹੀਂ ਹਾਰਦੇ, ਹੁਣ ਨਹੀਂ। ਕਿਲਵਿਖ ਬਿਨਾਸੇ ਦੁੱਖ ਦਰਦ ਦੂਰ, ਸਾਰੇ ਕਿਲਵਿਖ ਪਾਪ ਬਿਨਸ ਗਏ, ਦੁੱਖ ਦਰਦ ਦੂਰ ਹੋ ਗਏ। ਭੈ ਪੁਨੀਤ ਸੰਤਨ ਕੀ ਧੂਰ, ਸਾਧੂ ਦੇ ਚਰਨਾਂ ਦੀ ਧੂਰ ਰਾਹੀਂ ਪਵਿੱਤਰ ਹੋ ਗਏ, ਪਵਿੱਤਰਤਾ ਆ ਗਈ। ਰਹਾਓ ਪ੍ਰਭ ਕੇ ਸੰਤ ਉਦਾਹਰਨ ਯੋਗ, ਜਿਹੜੇ ਪ੍ਰਭੂ ਦੇ ਸੰਤ ਨੇ ਨਾ, ਜੋ ਪਰਮੇਸ਼ਰ ਦਾ ਰੂਪ ਗੁਰੂ ਹੈ, ਸਾਧੂ ਹੈ, ਉਹ ਉਦਾਹਰਨ ਯੋਗ ਹੈ। ਉਹ ਸਾਡਾ ਉਧਾਰ ਕਰਨ ਦੇ ਸਮਰੱਥ ਹੈ। ਉਹਦੇ ਅੰਦਰ ਐਸੀ ਕੈਪੇਬਿਲਿਟੀ ਹੈ, ਐਸੀ ਸਮਰੱਥਾ ਹੈ ਕਿ ਉਹ ਸਾਡਾ ਭਲਾ ਕਰ ਸਕਦਾ ਹੈ, ਸਾਡਾ ਜੀਵਨ ਸਵਾਰ ਸਕਦਾ ਹੈ। ਇਸ ਲਈ ਤੇ ਸਾਧੂ ਦੀ ਸ਼ਰਨ ਵਿੱਚ ਜਾਣ ਲਈ ਕਿਹਾ ਜਾਂਦਾ ਹੈ, ਗੁਰੂ ਦੀ ਸ਼ਰਨ ਵਿੱਚ ਜਾਣ ਲਈ ਕਿਹਾ ਜਾਂਦਾ ਹੈ ਕਿ ਗੁਰੂ ਦੀ ਸ਼ਰਨ ਜਾ, ਕਿਉਂਕਿ ਗੁਰੂ ਜੀਵਨ ਸਵਾਰ ਸਕਦਾ ਹੈ। ਪ੍ਰਭ ਕੇ ਸੰਤ ਉਦਾਹਰਨ ਯੋਗ, ਤਿਸ ਭੇਟੇ ਪਰ ਸਾਧੂ ਸਤਿਗੁਰੂ ਉਹਨੂੰ ਮਿਲਦਾ ਜਿਸ ਧੁਰ ਸੰਜੋਗ, ਜਿਹਦਾ ਧੁਰ ਤੋਂ ਸੰਜੋਗ ਬਣਿਆ ਹੋਵੇ, ਜਿਹਦਾ ਸੰਜੋਗ ਬਣਿਆ। ਹੁਣ ਸਭ ਦਾ ਸੰਜੋਗ ਨਹੀਂ ਬਣਦਾ। ਅਸੀਂ ਅਕਸਰ ਜਦੋਂ ਆਪਣੇ ਧੀ ਪੁੱਤ ਦੇ ਰਿਸ਼ਤੇ ਦੀ ਗੱਲ ਕਰਦੇ ਹਾਂ ਨਾ, ਤਾਂ ਅਸੀਂ ਅਕਸਰ ਕਹਿੰਦੇ ਹਾਂ ਕਿ ਉੱਥੇ ਹੋਣਾ ਜਿੱਥੇ ਸੰਜੋਗ ਹੋਇਆ, ਕਿ ਜਿੱਥੇ ਸੰਜੋਗ ਹੋਵੇਗਾ ਉੱਥੇ ਹੋ ਜਾਣਾ। ਅਸੀਂ ਆਪਣੇ ਤਰਫੋਂ ਜੱਦੋ-ਜਹਿਦ ਕਰਦੇ ਹਾਂ, ਕੋਸ਼ਿਸ਼ ਕਰਦੇ ਹਾਂ, ਪਰ ਸਾਡੀ ਕੋਸ਼ਿਸ਼ ਦੇ ਨਾਲ ਨਾਲ ਸਾਡੇ ਦਿਮਾਗ ਵਿੱਚ ਇਹ ਵੀ ਚੱਲਦਾ ਕਿ ਜਿੱਥੇ ਸੰਜੋਗ ਹੋਏਗਾ ਉੱਥੇ ਹੋ ਹੀ ਜਾਣਾ। ਬਸ ਬਿਲਕੁਲ ਐਸਾ ਹੀ ਜਾਣੋ ਕਿ ਜਦੋਂ ਸੰਜੋਗ ਹੁੰਦਾ ਹੈ, ਯੋਗ ਹੁੰਦਾ ਹੈ, ਜਦੋਂ ਜਿੱਥੇ ਸਾਡੇ ਕੁਝ ਵਿਚਾਰ, ਜਿੱਥੇ ਸਾਡੀਆਂ ਕੁਝ ਭਾਵਨਾਵਾਂ, ਜਿੱਥੇ ਸਾਡੀਆਂ ਕੁਝ ਗੱਲਾਂ ਮੈਚ ਕਰਦੀਆਂ, ਦੋਹਾਂ ਚੀਜ਼ਾਂ ਦਾ ਜਿੱਥੇ ਮੇਲ ਹੁੰਦਾ, ਉਹਨੂੰ ਸੰਜੋਗ ਕਹਿੰਦੇ ਨੇ। ਕੁਝ ਤੱਤ ਮਿਲਦੇ ਨੇ, ਜਿਹਨੂੰ ਜੋਤਿਸ਼ ਦੇ ਮੁਤਾਬਕ ਕਹਿ ਲਓ ਕਿ ਗੁਣ ਮਿਲਦੇ ਨੇ। ਜੋਤਿਸ਼ ਇਹੀ ਤਾਂ ਕਰਦਾ, ਉਹ ਕੁੰਡਲੀਆਂ ਰਲਾ ਕੇ ਉਹ ਗੁਣ ਮਿਲਾਉਂਦਾ ਕਿ ਗੁਣ ਮਿਲਾਓ ਜੀ ਦੋਨਾਂ ਦੇ। ਉਹ ਤੇ ਗੁਣ ਮਿਲਦੇ ਹੋਣਗੇ ਜਾਂ ਨਹੀਂ, ਉਹਦੇ ਬਾਰੇ ਤੇ ਕੁਝ ਕਿਹਾ ਨਹੀਂ ਜਾ ਸਕਦਾ, ਪਰ ਜਦੋਂ ਸਾਡੀਆਂ ਭਾਵਨਾਵਾਂ ਦਾ ਕੁਝ ਮੇਲ ਹੁੰਦਾ, ਜਦੋਂ ਗੁਰੂ ਦੇ ਵੱਲ ਨੂੰ ਸਾਡੇ ਮਨ ਅੰਦਰ ਥੋੜੀ ਖਿੱਚ ਪੈਦਾ ਹੁੰਦੀ ਹੈ, ਜਦੋਂ ਕੁਝ ਚਾਹਤ ਪੈਦਾ ਹੁੰਦੀ ਹੈ ਉਹਦੇ ਵੱਲ ਨੂੰ ਤੁਰਨ ਦੀ, ਤਦੋਂ ਸੰਜੋਗ ਬਣਦਾ, ਸਬੱਬ ਬਣਦਾ। ਉਸ ਸਬੱਬ ਨੂੰ ਨਾਲ ਹੀ ਗੁਰੂ ਨਾਲ ਮੇਲ ਹੁੰਦਾ। ਜਿਵੇਂ ਤੁਸੀਂ ਗੁਰੂ ਅੰਗਦ ਸਾਹਿਬ ਤੇ ਗੁਰੂ ਨਾਨਕ ਸਾਹਿਬ ਦੇ ਮਿਲਾਪ ਦੀ ਗਾਥਾ ਸੁਣੀ, ਉਹਦੇ ਵਿੱਚ ਦੋ ਕੁ ਗੱਲਾਂ ਹੋਰ ਨੇ ਕਿ ਜਦੋਂ ਗੁਰੂ ਅੰਗਦ ਸਾਹਿਬ ਭਾਈ ਲਹਿਣਾ ਉਹ ਦੇਵੀ ਦੀ ਯਾਤਰਾ ਕਰਨ ਵਾਸਤੇ ਗਏ ਹੋਏ ਸੀ। ਮਹਿਮਾ ਬੰਸਾਵਲੀ ਨਾਮੇ ਵਿੱਚ ਇਸ ਗੱਲ ਦਾ ਜ਼ਿਕਰ ਹੈ ਕਿ ਜਦੋਂ ਗੁਰੂ ਨਾਨਕ ਸਾਹਿਬ ਦਾ ਸੇਵਕ ਭਾਈ ਲਹਿਣਾ ਸਿੱਖ ਬਣਨ ਤੋਂ ਪਹਿਲਾਂ ਦੇਵੀ ਦੀ ਯਾਤਰਾ ਕਰਨ ਵਾਸਤੇ ਗਏ, ਤਾਂ ਉੱਥੇ ਚਰਚਾ ਚੱਲ ਰਹੀ ਹੈ। ਜੋਗੀ ਬੈਠੇ ਨੇ, ਕੁਝ ਹੋਰ ਸੰਨਿਆਸੀ ਬੈਠੇ ਨੇ, ਚਰਚਾ ਚੱਲ ਰਹੀ। ਤਾਂ ਚਰਚਾ ਚਲਦਿਆਂ ਚਲਦਿਆਂ ਕਿਸੇ ਨੇ ਇਹ ਸਵਾਲ ਕੀਤਾ ਕਿ ਕੀ ਕੋਈ ਐਸਾ ਪੁਰਸ਼ ਹੈ ਇਸ ਦੁਨੀਆ ਤੇ ਜਿਹਨੇ ਰਾਜ ਤੇ ਯੋਗ ਦੋਨੋਂ ਚੀਜ਼ਾਂ ਕਮਾਈਆਂ ਹੋਣ, ਇਸ ਵਕਤ ਮੌਜੂਦ ਹੋਵੇ, ਜਿਹੜਾ ਸਭ ਕਾਸੇ ਦੇ ਵਿੱਚ ਰਹਿ ਕੇ ਵੀ ਸਭ ਕਾਸੇ ਤੋਂ ਮੁਕਤ ਹੋਵੇ, ਪੂਰਨ ਪੁਰਖ। ਤਾਂ ਇੱਕ ਜੋਗੀ ਨੇ ਜਵਾਬ ਦਿੱਤਾ, ਉਹਨੇ ਕਿਹਾ ਹਾਂ, ਐਸਾ ਇੱਕ ਪੁਰਸ਼ ਹੈ
ਪੂਰਨ ਪੁਰਸ਼, ਉਸ ਦਾ ਨਾਮ ਗੁਰੂ ਨਾਨਕ ਹੈ। ਭਾਈ ਲਹਿਣਾ ਉੱਥੇ ਬੈਠੇ ਸੁਣਦੇ ਸਨ। ਉਹਨਾਂ ਦੇ ਮਨ ਅੰਦਰ ਪਹਿਲੀ ਦਫਾ ਗੁਰੂ ਨਾਨਕ ਸਾਹਿਬ ਦੇ ਦਰ ਵੱਲ ਨੂੰ ਜਾਣ ਦੀ ਖਿੱਚ ਇੱਥੋਂ ਪੈਦਾ ਹੁੰਦੀ। ਸੁਣਿਆ ਕਿ ਕੋਈ ਹੈ ਐਸਾ ਪੁਰਸ਼ ਜਿਹੜਾ ਪੂਰਨ ਪੁਰਖ ਹੈ। ਫਿਰ ਉਸ ਤੋਂ ਬਾਅਦ ਘਰ ਆ ਗਏ। ਘਰ ਆ ਕੇ ਫਿਰ ਕੰਮ ਧੰਦਿਆਂ ਵਿੱਚ ਲੱਗ ਗਏ। ਫਿਰ ਭਾਈ ਜੋਧ ਨਾਲ ਮੁਲਾਕਾਤ ਹੁੰਦੀ। ਭਾਈ ਜੋਧ ਦੇ ਰਾਹੀਂ ਉਹਨਾਂ ਨੇ ਸ਼ਬਦ ਸੁਣਿਆ ਗੁਰੂ ਨਾਨਕ ਸਾਹਿਬ ਦਾ, ਜਿਤ ਸੇਵਿਆ ਸੁਖ ਪਾਈਐ। ਜਦੋਂ ਸ਼ਬਦ ਸੁਣਿਆ ਤਾਂ ਭਾਈ ਜੋਧ ਨੂੰ ਪੁੱਛਿਆ ਇਹ ਕੀ ਪੜ੍ਹ ਰਿਹਾ ਸੀ, ਤਾਂ ਉਹਨੇ ਕਿਹਾ ਕਿ ਇਹ ਬਾਣੀ ਹੈ ਗੁਰੂ ਨਾਨਕ ਦੀ। ਫਿਰ ਉਹ ਖਿਆਲ ਆਇਆ ਕਿ ਜੋਗੀਆਂ ਨੇ ਕਿਹਾ ਸੀ ਕਿ ਪੂਰਨ ਪੁਰਖ ਤਾਂ ਗੁਰੂ ਨਾਨਕ ਹੈ। ਤਾਂ ਭਾਈ ਜੋਧ ਨੂੰ ਕਿਹਾ ਕਿ ਕਿੱਥੇ ਮਿਲਣਗੇ ਗੁਰੂ ਨਾਨਕ, ਤਾਂ ਉਹਨੇ ਕਿਹਾ ਜੀ ਕਰਤਾਰਪੁਰ ਵਿੱਚ। ਜਦੋਂ ਇਸ ਵਾਰੀ ਚੱਲੇ ਯਾਤਰਾ ਵਾਸਤੇ ਦੇਵੀ ਦੇ ਦਰਸ਼ਨ ਕਰਨ ਲਈ, ਤਾਂ ਰਾਹ ਵਿੱਚ ਗੁਰੂ ਨਾਨਕ ਸਾਹਿਬ ਦੇ ਪਹੁੰਚ ਗਏ। ਸਬੱਬ ਇਵੇਂ ਬਣਦਾ ਹੈ, ਸੰਜੋਗ ਇਵੇਂ ਬਣਦਾ ਹੈ, ਕਿਉਂਕਿ ਕੋਈ ਇੱਛਾ, ਮਨ ਵਿੱਚ ਕੋਈ ਖਿਆਲ ਕਿ ਹਾਂ ਮਿਲਾਂਗੇ ਕਦੇ, ਸਬੱਬ ਬਣਿਆ ਤਾਂ ਕਦੇ ਅਵਸਰ ਮਿਲਿਆ ਤਾਂ ਹਾਂ ਲੰਘ ਜਾਵਾਂਗੇ ਗੁਰੂ ਨਾਨਕ ਦੇ ਦਰ ਤੋਂ। ਭਾਈ ਲਹਿਣੇ ਨੇ ਇਹੀ ਸੋਚਿਆ ਸੀ ਕਿ ਹਾਂ ਠੀਕ ਹੈ ਯਾਤਰਾ ਕਰਦੇ ਹਾਂ, ਹੁੰਦੇ ਕੋਲੋਂ ਦੀ ਕਰਤਾਰਪੁਰ ਦੇ ਵਿੱਚ ਦੀ ਹੋ ਕੇ ਚਲੇ ਜਾਵਾਂਗੇ। ਪਰ ਉਹਨਾਂ ਨੂੰ ਪਤਾ ਨਹੀਂ ਸੀ ਕਿ ਉੱਥੋਂ ਦੀ ਲੰਘਿਆ ਨਹੀਂ ਜਾਣਾ, ਅਗਾਂਹ ਨਹੀਂ ਕਦਮ ਪੁੱਟਿਆ ਜਾਣਾ, ਉੱਥੇ ਦੇ ਹੋ ਕੇ ਰਹਿ ਜਾਣਾ। ਇਸ ਗੱਲ ਦਾ ਪਤਾ ਨਹੀਂ ਸੀ। ਇਸ ਲਈ ਜਦੋਂ ਸੰਜੋਗ ਹੁੰਦਾ ਤਦੋਂ ਗੁਰੂ ਨਾਲ ਮਿਲਾਪ ਹੁੰਦਾ ਹੈ, ਜਦੋਂ ਯੋਗ ਬਣਦਾ ਹੈ। ਸਤਿਗੁਰੂ ਕਹਿੰਦੇ ਮਨ ਆਨੰਦ ਮੰਤਰ ਗੁਰ ਦੀਆ। ਗੁਰੂ ਨੇ ਨਾਮ ਮੰਤਰ ਦਿੱਤਾ ਤਾਂ ਮਨ ਵਿੱਚ ਆਨੰਦ ਪੈਦਾ ਹੋ ਗਿਆ, ਮਨ ਵਿੱਚ ਆਨੰਦ ਹੋਇਆ। ਤ੍ਰਿਸ਼ਨ ਬੁਝੀ ਮਨ ਨਿਹਚਲ ਥੀਆ। ਤ੍ਰਿਸ਼ਨਾ ਬੁਝ ਗਈ, ਮਨ ਵਿੱਚ ਹੁਣ ਮਾਇਆ ਦੀ ਤ੍ਰਿਸ਼ਨਾ ਨਹੀਂ ਰਹੀ, ਮਨ ਸਥਿਰ ਹੋ ਗਿਆ। ਜਦੋਂ ਤੱਕ ਤ੍ਰਿਸ਼ਨਾ ਹੈ ਨਾ ਮਨ ਵਿੱਚ, ਉਦੋਂ ਤੱਕ ਮਨ ਟਿਕਦਾ ਨਹੀਂ। ਜਦੋਂ ਤੱਕ ਮਨ ਵਿੱਚ ਕੋਈ ਨਾ ਕੋਈ ਲਾਲਸਾ ਰਵੇ ਨਾ, ਤਾਂ ਇਹ ਖਿਆਲ ਰੱਖਣਾ ਕਿ ਜੇ ਤੁਹਾਡਾ ਮਨ ਨਹੀਂ ਟਿਕ ਰਿਹਾ ਤਾਂ ਜ਼ਰੂਰ ਕੋਈ ਨਾ ਕੋਈ ਮਨ ਵਿੱਚ ਲਾਲਸਾ ਹੈ, ਕੁਛ ਨਾ ਕੁਛ ਇੱਛਾ ਹੋਵੇਗੀ, ਕੋਈ ਨਾ ਕੋਈ ਚਾਹਤ ਹੋਵੇਗੀ ਜਿਹੜੀ ਮਨ ਨੂੰ ਟਿਕਣ ਨਹੀਂ ਦਿੰਦੀ। ਬਾਰ-ਬਾਰ ਉਹਦਾ ਖਿਆਲ ਆਉਂਦਾ ਹੈ, ਬਾਰ-ਬਾਰ ਉਹ ਕਿ ਫਲਾਣੀ ਚੀਜ਼ ਮਿਲ ਜਾਏ, ਫਲਾਣੀ ਥਾਂ ਘਰ ਬਣ ਜਾਏ, ਫਲਾਣੀ ਗੱਡੀ ਮਿਲ ਜਾਏ, ਬੱਚਾ ਮੇਰਾ ਕੈਨੇਡਾ ਚਲਾ ਜਾਏ। ਕੁਛ ਨਾ ਕੁਛ ਤ੍ਰਿਸ਼ਨਾ ਹੈ, ਉਹ ਟਿਕਣ ਨਹੀਂ ਦਿੰਦੀ ਮਨ ਨੂੰ। ਸਤਿਗੁਰੂ ਕਹਿੰਦੇ ਜਦੋਂ ਤ੍ਰਿਸ਼ਨਾ ਮਿਟੀ ਮਨ ਨਿਹਚਲ ਥੀਆ, ਮਨ ਟਿਕ ਗਿਆ। ਨਾਮ ਪਦਾਰਥ ਨੌ ਨਿੱਧ ਸਿੱਧ। ਵਾਹਿਗੁਰੂ ਦਾ ਨਾਮ ਹੀ ਸਭ ਤੋਂ ਸ੍ਰੇਸ਼ਟ ਪਦਾਰਥ ਹੈ, ਜਿਹਦੇ ਰਾਹੀਂ ਨਿਧੀਆਂ ਰਿਧੀਆਂ ਸਿੱਧੀਆਂ ਨੌ ਨਿਧੀਆਂ ਸਭ ਮਿਲ ਜਾਂਦੀਆਂ। ਨਾਨਕ ਗੁਰ ਤੇ ਪਾਈ ਬੁੱਧ। ਸਤਿਗੁਰੂ ਕਹਿੰਦੇ ਗੁਰੂ ਤੋਂ ਇਹ ਬੁੱਧੀ ਪਾਈ ਕਿ ਪ੍ਰਮਾਤਮਾ ਦਾ ਨਾਮ ਹਾਸਲ ਕਰਨ ਨਾਲ ਹੀ ਸਭ ਮਿਲਦਾ ਹੈ। ਗੁਰੂ ਤੋਂ ਇਹ ਬੁੱਧ ਪਾਈ, ਗੁਰੂ ਰਾਹੀਂ ਹੀ ਇਹ ਅਕਲ ਆਈ ਹੈ, ਇਹ ਮੱਤ ਆਈ ਹੈ ਕਿ ਵਾਹਿਗੁਰੂ ਦਾ ਨਾਮ ਹੀ ਸਭ ਤੋਂ ਸ੍ਰੇਸ਼ਟ, ਸਭ ਤੋਂ ਉੱਤਮ ਹੈ। ਸਤਿਗੁਰੂ ਰਹਿਮਤ ਕਰੇ, ਗੁਰੂ ਇਹ ਬੁੱਧੀ, ਇਹ ਸੂਝ ਸਾਨੂੰ ਬਖਸ਼ੇ ਕਿ ਆਪਾਂ ਸਭ ਉਸ ਵਾਹਿਗੁਰੂ ਦੇ ਨਾਮ ਪਦਾਰਥ ਨੂੰ ਹਾਸਲ ਕਰ ਸਕੀਏ। ਹੋਈਆਂ ਭੁੱਲਾਂ ਲਈ ਖਿਮਾ ਸਤਿਗੁਰੂ ਜੀ ਅਤੇ ਆਪ ਸਰਬੱਤ ਸੰਗਤ ਬਖਸ਼ਣਯੋਗ। ਭੁੱਲਾਂ ਨਾ ਚਤਾਰਦੇ ਹੋਏ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।